ਜੂਨ 2005 ਦੀ ਇੱਕ ਗਰਮ ਤੇ ਹਬਸ ਵਾਲੀ ਰਾਤ ਸੀ। ਆਗਰਾ ਜਿਹੜਾ ਤਾਜ ਮਹਿਲ ਦੀ ਵਜ੍ਹਾ ਤੋਂ ਦੁਨੀਆ ਭਰ 'ਚ ਮਸ਼ਹੂਰ ਹੈ, ਉਸ ਰਾਤ ਇੱਕ ਅਜੀਬ ਖਾਮੋਸ਼ੀ ਵਿੱਚ ਲਪੇਟਿਆ ਹੋਇਆ ਸੀ। ਈਟਾ ਰੋਡ ਤੇ ਵਾਕਿਆ ਇੰਸਟੀਚਿਊਟ ਆਫ ਮੈਂਟਲ ਹੈਲਥ, ਜਿਹਨੂੰ ਲੋਕ ਪਾਗਲਾਨਾ ਆਖਦੇ ਨੇ, ਉਸ ਰਾਤ ਇੱਕ ਹੋਰਨਾਕ ਰਾਤ ਦੀ ਲਪੇਟ ਵਿੱਚ ਆ ਗਿਆ। ਹਵਾ ਵਿੱਚ ਨਿੰਮੇ ਸੀ ਤੇ ਦਰਜਾ ਹਰਾਰਤ ਲਗਭਗ 34 ਡਿਗਰੀ ਸੀ। ਅਸਮਾਨ ਤੇ ਕਾਲੇ ਬੱਦਲ ਛਾਏ ਹੋਏ ਸਨ। ਬਿਜਲੀ ਵੱਧ ਕੇ ਅਸਮਾਨ ਨੂੰ ਚੀਰ ਰਹੀ ਸੀ। ਹਲਕੀ ਫੁਹਾਰ ਪੈਂਦੀ ਸੀ ਪਈ, ਜਿਹੜੀ ਗਲੀਆਂ ਨੂੰ ਹੋਰ ਵੀ ਸੁਨਸਾਨ ਬਣਾ ਰਹੀ ਸੀ। ਇਹ ਪਾਗਲਖਾਨਾ 1859 ਵਿੱਚ ਬਣਾਇਆ ਗਿਆ ਸੀ। ਇਸ ਦੀਆਂ ਪੁਰਾਣੀਆਂ ਦੀਵਾਰਾਂ ਤੇ ਕਾਈ ਜੰਮੀ ਹੋਈ ਸੀ ਤੇ ਦਰਵਾਜ਼ੇ ਜ਼ੰਗ-ਲੂਦ ਸਨ। ਲੋਕ ਆਖਦੇ ਨੇ ਇਹ ਜਗ੍ਹਾ ਸਿਰਫ ਦਿਮਾਗੀ ਮਰੀਜ਼ਾਂ ਦਾ ਇਲਾਜ ਨਹੀਂ ਕਰਦੀ, ਬਲਕਿ ਇਹਦੀ ਹਾਲੀ ਰਾਹਦਾਰੀਆਂ ਦੇ ਵਿੱਚ ਰਾਤ ਨੂੰ ਅਜੀਬ ਆਵਾਜ਼ਾਂ ਗੂੰਜਦੀਆਂ ਨੇ। ਕੋਈ ਚੀਹਾਂ ਦੀ ਆਵਾਜ਼, ਕੋਈ ਸਰਗੋਸ਼ੀਆਂ ਦੀ, ਤੇ ਕਦੀ ਉਹੋ ਜਿਹੀ ਹੰਕੀ ਜਿਹੜੀ ਸੁਣਨ ਵਾਲੇ ਦਾ ਖੂਨ ਵੀ ਜਮਾ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਉਹ ਵਾਰਡ ਜਿੱਥੇ ਪਹਿਲੇ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਇਹਨਾਂ ਦੀਆਂ ਰੂਹਾਂ ਅੱਜ ਵੀ ਭਟਕ ਰਹੀਆਂ ਨੇ। ਕੁਝ ਲੋਕ ਆਖਦੇ ਨੇ ਕਿ ਪਾਗਲਖਾਨੇ ਦੇ ਪਿਛਲੇ ਪਾਸੇ ਇੱਕ ਪੁਰਾਣਾ ਖੂਹ ਹੈ, ਜਿੱਥੇ ਇੱਕ ਔਰਤ ਦੀ ਰੂਹ ਵਸਦੀ ਹੈ, ਜਿਹੜੀ ਹਰ ਚੰਦ ਵਰ੍ਹਿਆਂ ਬਾਅਦ ਵਾਪਸ ਆਉਂਦੀ ਹੈ ਬਦਲਾ ਲੈਣ ਵਾਸਤੇ। ਉਸ ਰਾਤ ਪਾਗਲਖਾਨੇ ਦੇ ਪਿਛਲੇ ਹਿੱਸੇ ਵਿੱਚ, ਜਿੱਥੇ ਪੁਰਾਣਾ ਮਰਦਾਨਾ ਵਾਰਡ ਸੀ, ਇੱਕ ਖੌਫਨਾਕ ਵਾਕਿਆ ਪੇਸ਼ ਆਇਆ। 50 ਦਿਨਾਂ ਦੀ ਉਹ ਬੁੱਢੀ ਦੀ ਲਾਸ਼ ਮਿਲੀ, ਜਿਹਦੀ ਸ਼ਨਾਖਤ ਕਿਸੇ ਨੂੰ ਨਹੀਂ ਹੋ ਸਕੀ। ਉਹ ਖੂਨ ਦੇ ਨਾਲ ਲਥੜੀ ਹੋਈ ਸੀ ਤੇ ਉਹਦੇ ਬਾਜ਼ੂ ਕੱਟੇ ਹੋਏ ਸਨ। ਉਹ ਇੱਕ ਪੁਰਾਣੀ ਸਾੜੀ ਦੇ ਵਿੱਚ ਲਪੇਟੀ ਹੋਈ ਸੀ, ਜਿਹਦਾ ਰੰਗ ਹੁਣ ਧੁੰਦਲਾ ਗਿਆ ਸੀ। ਲਾਸ਼ ਦੇ ਕੋਲ ਜ਼ਮੀਨ ਤੇ ਖੂਨ ਦੇ ਧੱਬੇ ਸਨ, ਪਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੀਆਂ ਬਾਹਾਂ ਵਾਰਡ ਦੀ ਛੱਤ ਤੋਂ ਮਿਲੀਆਂ। ਜਦੋਂ ਲੋਕਾਂ ਨੇ ਇਹ ਮੰਜ਼ਰ ਵੇਖਿਆ, ਉਹਨਾਂ ਦੇ ਰੋਂਗਟੇ ਖੜੇ ਹੋ ਗਏ। ਕਿਸੇ ਨੇ ਫਟਾਫਟ ਪੁਲਿਸ ਨੂੰ ਇਤਲਾਹ ਦਿੱਤੀ। ਆਗਰਾ ਪੁਲਿਸ ਸਟੇਸ਼ਨ ਤੋਂ ਇੰਸਪੈਕਟਰ ਰਜੇਸ਼ ਕੁਮਾਰ ਆਪਣੀ ਟੀਮ ਨਾਲ ਮੌਕੇ ਤੇ ਪਹੁੰਚਿਆ। ਰਜੇਸ਼ ਕੁਮਾਰ ਇੱਕ ਤਜਰਬਾਕਾਰ ਅਫਸਰ ਸੀ, ਪਰ ਇਹ ਮੰਜ਼ਰ ਉਹਨੂੰ ਵੀ ਹਿਲਾ ਕੇ ਰੱਖ ਦਿੱਤਾ। ਲਾਸ਼ ਦੇ ਕੋਲ ਨਾ ਕੋਈ ਹਥਿਆਰ ਸੀ, ਨਾ ਪਛਾਣ ਦੀ ਕੋਈ ਚੀਜ਼, ਨਾ ਹੀ ਕਿਸੇ ਦੇ ਪੈਰ ਦੇ ਨਿਸ਼ਾਨ। ਬਾਰਿਸ਼ ਦੀ ਵਜ੍ਹਾ ਤੋਂ ਜ਼ਮੀਨ ਕੀਚੜ ਵਿੱਚ ਬਦਲ ਚੁੱਕੀ ਸੀ, ਜਿਹਦੀ ਵਜ੍ਹਾ ਤੋਂ ਸਬੂਤ ਮਿਟ ਗਏ ਸਨ। ਰਜੇਸ਼ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਤਫਤੀਸ਼ ਸ਼ੁਰੂ ਕਰ ਦਿੱਤੀ। ਇਹ ਵਾਕਿਆ ਕਿਸੇ ਅਚਾਨਕ ਵਾਕਿਆ ਦੀ ਕੜੀ ਨਹੀਂ ਲੱਗਦਾ ਸੀ। ਜੂਨ 2005 ਤੋਂ ਹੀ ਪਾਗਲਖਾਨੇ ਬਾਰੇ ਅਜੀਬ ਗੱਲਾਂ ਮਸ਼ਹੂਰ ਹੋ ਰਹੀਆਂ ਸਨ। ਉਹਨਾਂ ਦਿਨਾਂ ਦੇ ਹੀ ਗੱਲ ਏ ਜਦੋਂ ਇੱਕ ਮਰੀਜ਼ ਆਰਾਮ ਨਾਲ ਰਾਤ ਨੂੰ ਵਾਰਡ ਤੋਂ ਗਾਇਬ ਹੋ ਗਿਆ ਸੀ। 2 ਦਿਨ ਬਾਅਦ ਉਹਦੀ ਲਾਸ਼ ਉਸੇ ਪੁਰਾਣੇ ਖੂਹ ਤੋਂ ਲੱਭੀ, ਜਿਹੜਾ ਪਾਗਲਖਾਨੇ ਦੇ ਪਿਛਲੇ ਪਾਸੇ ਹੈ। ਪੁਲਿਸ ਨੇ ਉਹਨੂੰ ਖੁਦਕੁਸ਼ੀ ਕਰਾ ਦਿੱਤਾ, ਪਰ ਲੋਕ ਆਖਦੇ ਸਨ ਉਹਨੂੰ ਕੋਈ ਅਣਦੇਖੀ ਬੁਲਾ ਲੈ ਗਈ ਹੈ। ਇਸ ਵਾਕਿਆ ਤੋਂ ਬਾਅਦ ਅਮਲੇ ਤੇ ਮਰੀਜ਼ਾਂ ਵਿੱਚ ਖੌਫ ਤੇ ਬੈਠ ਗਿਆ। ਰਜੇਸ਼ ਕੁਮਾਰ ਨੇ ਤਹਿਕੀਕਾਤ ਦੇ ਦੌਰਾਨ ਅਮਲੇ ਨਾਲ ਗੱਲਬਾਤ ਸ਼ੁਰੂ ਕੀਤੀ। ਵਾਰਡਨ ਮਿਸਟਰ ਗੁਪਤਾ ਇੱਕ ਬੁੱਢਾ ਬੰਦਾ ਸੀ, ਜਿਹੜਾ ਪਿਛਲੇ 30 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਸੀ। ਉਹਨੇ ਦੱਸਿਆ ਕਿ ਲਾਸ਼ ਮਿਲੀ ਜਗ੍ਹਾ ਤੋਂ ਪਹਿਲੇ ਵੀ ਅਜੀਬ ਵਾਕਿਆਤ ਹੋ ਚੁੱਕੇ ਨੇ। ਇੱਕ ਵਾਰੀ ਇੱਕ ਮਰੀਜ਼ਾ ਲక్ష్ਮੀ ਉੱਥੇ ਆਪਣੇ ਆਪ ਨੂੰ ਅੱਗ ਲਾ ਬੈਠੀ ਸੀ। ਉਹ ਦਿਨ ਤੋਂ ਲੈ ਕੇ ਅੱਜ ਤੱਕ ਉੱਥੇ ਸਾਏ ਵੇਖੇ ਜਾਂਦੇ ਨੇ। ਕਈ ਮਰੀਜ਼ਾਂ ਨੇ ਰਾਤ ਨੂੰ ਚੀਹਾਂ ਦੀਆਂ ਆਵਾਜ਼ਾਂ ਸੁਣੀਆਂ ਨੇ, ਪਰ ਜਦੋਂ ਅਮਲਾ ਪਹੁੰਚਦਾ ਤਾਂ ਉਹ ਕੁਝ ਨਹੀਂ ਲੱਭਦਾ। ਰਜੇਸ਼ ਨੂੰ ਸ਼ੱਕ ਸੀ ਕਿ ਇਹ ਕਤਲ ਕਿਸੇ ਇਨਸਾਨ ਨੇ ਕੀਤਾ ਹੈ, ਪਰ ਪਾਗਲਖਾਨੇ ਦੀਆਂ ਉੱਚੀਆਂ ਦੀਵਾਰਾਂ ਤੇ ਸਖਤ ਸਕੂੜੀਆਂ ਉਹਨੂੰ ਉਲਝਾ ਰਹੀਆਂ ਸਨ। ਉਹ ਸਾਰੀ ਰਾਤ ਰਿਕਾਰਡ ਚੈੱਕ ਕਰਦਾ ਰਿਹਾ। ਉਹਨੂੰ ਪਤਾ ਲੱਗਾ ਕਿ ਕਈ ਮਰੀਜ਼ ਰਾਤ ਨੂੰ ਅਜੀਬ ਹਰਕਤਾਂ ਕਰਦੇ ਨੇ। ਇੱਕ ਮਰੀਜ਼, ਜਿਹਨੂੰ ਸਭ ਬਾਬਾ ਆਖਦੇ ਸਨ, ਉਹ ਅਕਸਰ ਰਾਤ ਨੂੰ ਉੱਠ ਕੇ ਦੀਵਾਰਾਂ ਤੇ ਅਜੀਬ ਨਕਸ਼ ਬਣਾਉਂਦਾ ਰਹਿੰਦਾ ਸੀ, ਕਦੀ ਖੂਨ ਦੇ ਨਾਲ, ਕਦੀ ਕੋਲੇ ਦੇ ਨਾਲ। ਰਜੇਸ਼ ਨੇ ਬਾਬੇ ਨੂੰ ਮਿਲਣ ਦਾ ਫੈਸਲਾ ਕੀਤਾ। ਬਾਬਾ ਇੱਕ 60 ਸਾਲਾ ਬੰਦਾ ਸੀ, ਜਿਹਦੇ ਲੰਮੇ ਤੇ ਸਫੇਦ ਵਾਲ ਸਨ। ਉਹ ਚੁੱਪਚਾਪ ਆਪਣੇ ਬਿਸਤਰ ਤੇ ਬੈਠਿਆ ਸੀ। ਜਦੋਂ ਰਜੇਸ਼ ਨੇ ਉਹਨੂੰ ਕਤਲ ਬਾਰੇ ਪੁੱਛਿਆ, ਉਹਦੀਆਂ ਅੱਖਾਂ ਵਿੱਚ ਇੱਕ ਅਜਬ ਜਿਹੀ ਚਮਕ ਆ ਗਈ ਤੇ ਉਹ ਧੀਮੀ ਆਵਾਜ਼ 'ਚ ਬੋਲਿਆ, ਉਹ ਵਾਪਸ ਆ ਜਾਂਦੀ ਏ, ਉਹ ਸਭ ਨੂੰ ਲੈ ਜਾਂਦੀ ਏ। ਰਜੇਸ਼ ਨੇ ਪੁੱਛਿਆ, ਕੌਣ ਹੈ? ਬਾਬਾ ਚੁੱਪ ਹੋ ਗਿਆ ਤੇ ਨਾ ਕੁਝ ਬੋਲਿਆ। ਰਜੇਸ਼ ਨੇ ਉਹਦੇ ਕਮਰੇ ਦੀ ਤਲਾਸ਼ੀ ਲਈ ਤਾਂ ਉਹਨੂੰ ਦੀਵਾਰਾਂ ਤੇ ਇੱਕ ਨਿਸ਼ਾਨ ਲੱਭਿਆ, ਇੱਕ ਦਾਇਰਾ ਜਿਹਦੇ ਵਿੱਚ ਇੱਕ ਅਜੀਬ ਸ਼ਕਲ ਦਾ ਚਿਹਰਾ ਸੀ। ਉਹ ਨਿਸ਼ਾਨ ਵੇਖ ਕੇ ਰਜੇਸ਼ ਦਾ ਦਿਲ ਜ਼ੋਰ ਨਾਲ ਧੜਕਣ ਲੱਗ ਪਿਆ। ਅਗਲੀ ਰਾਤ ਰਜੇਸ਼ ਨੇ ਆਪਣੀ ਟੀਮ ਦੇ ਨਾਲ ਪਾਗਲਖਾਨੇ ਰਹਿਣ ਦਾ ਫੈਸਲਾ ਕੀਤਾ। ਉਹਨਾਂ ਨੇ ਮਰਦਾਨਾ ਵਾਰਡ ਕੋਲ ਕੈਮਰੇ ਲਾ ਦਿੱਤੇ ਤੇ ਨਿਗਰਾਨੀ ਸ਼ੁਰੂ ਕਰ ਦਿੱਤੀ। ਰਾਤ ਲਗਭਗ 2 ਵਜੇ ਇੱਕ ਅਜੀਬ ਆਵਾਜ਼ ਆਈ, ਜਿਵੇਂ ਕੋਈ ਕਿਸੇ ਚੀਜ਼ ਨੂੰ ਜ਼ਮੀਨ ਤੇ ਘਸੀਟ ਰਿਹਾ ਹੋਵੇ। ਰਜੇਸ਼ ਤੇ ਉਹਦੀ ਟੀਮ ਫੌਰਨ ਉੱਥੇ ਪਹੁੰਚੀ, ਜਿੱਥੇ ਪਹਿਲੇ ਦਿਨ ਔਰਤ ਦੀ ਲਾਸ਼ ਮਿਲੀ ਸੀ। ਉੱਥੇ ਕੁਝ ਵੀ ਨਹੀਂ ਸੀ, ਪਰ ਜ਼ਮੀਨ ਤੇ ਤਾਜ਼ਾ ਖੂਨ ਦੇ ਧੱਬੇ ਸਨ। ਰਜੇਸ਼ ਨੇ ਟਾਰਚ ਨਾਲ ਹਰ ਪਾਸੇ ਰੋਸ਼ਨੀ ਮਾਰੀ ਤੇ ਅਚਾਨਕ ਉਹਨੂੰ ਇੱਕ ਸਾਇਆ ਨਜ਼ਰ ਆਇਆ, ਜਿਹੜਾ ਵਾਰਡ ਦੀ ਛੱਤ ਵੱਲ ਭੱਜਿਆ ਜਾ ਰਿਹਾ ਸੀ। ਰਜੇਸ਼ ਨੇ ਆਪਣੀ ਟੀਮ ਨੂੰ ਛੱਤ ਤੇ ਜਾਣ ਦਾ ਹੁਕਮ ਦਿੱਤਾ। ਜਦੋਂ ਛੱਤ ਤੇ ਪਹੁੰਚੇ ਤੇ ਉਹਨਾਂ ਨੇ ਇੱਕ ਹੋਰਨਾਕ ਮੰਜ਼ਰ ਵੇਖਿਆ।
ਇੱਕ ਬੰਦਾ ਜਿਸ ਦੇ ਹੱਥਾਂ ਉੱਤੇ ਖੂਨ ਲੱਗਿਆ ਹੋਇਆ ਸੀ ਉੱਥੇ ਖੜਾ ਸੀ। ਉਹ ਹੋਰ ਕੋਈ ਨਹੀਂ, ਪਾਗਲਖਾਨੇ ਦਾ ਇੱਕ ਮੁਲਾਜ਼ਮ ਰਾਮੂ ਸੀ। ਰਾਮੂ ਦੇ ਹੱਥ ਵਿੱਚ ਇੱਕ ਤੇਜ਼ਧਾਰ ਛੁਰੀ ਸੀ ਤੇ ਉਹਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਸੀ। ਰਜੇਸ਼ ਨੇ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਮੂ ਅਚਾਨਕ ਛਾਲ ਮਾਰ ਕੇ ਛੱਤ ਤੋਂ ਥੱਲੇ ਕੁੱਦ ਗਿਆ। ਜਦੋਂ ਪੁਲਿਸ ਥੱਲੇ ਪਹੁੰਚੀ ਤਾਂ ਰਾਮੂ ਦੀ ਲਾਸ਼ ਜ਼ਮੀਨ ਉੱਤੇ ਪਈ ਸੀ ਤੇ ਉਹਦੇ ਹੱਥ ਵਿੱਚੋਂ ਛੁਰੀ ਗਾਇਬ ਸੀ। ਰਜੇਸ਼ ਦੀਆਂ ਤਫਤੀਸ਼ਾਂ ਹਰ ਪਾਸੇ ਜਾਰੀ ਰਹੀਆਂ ਪਰ ਇਹ ਵਾਕਿਆ ਉਹਦੇ ਲਈ ਹੋਰ ਵੀ ਪਰੇਸ਼ਾਨੀ ਦਾ ਬਾਸ ਬਣ ਗਿਆ। ਰਾਮੂ ਦੀ ਮੌਤ ਨੇ ਹੋਰ ਵੀ ਸਵਾਲ ਖੜੇ ਕਰ ਦਿੱਤੇ ਕਿ ਰਾਮੂ ਹੀ ਕਾਤਲ ਸੀ ਜਾਂ ਇਹ ਸਭ ਕੁਝ ਕਿਸੇ ਹੋਰ ਤਾਕਤ ਦਾ ਨਤੀਜਾ ਸੀ। ਰਜੇਸ਼ ਨੇ ਪਾਗਲਖਾਨੇ ਦੇ ਪੁਰਾਣੇ ਰਿਕਾਰਡ ਛਾਨਣੇ ਸ਼ੁਰੂ ਕੀਤੇ। ਉਹਨੂੰ ਪਤਾ ਲੱਗਿਆ ਕਿ 1970 ਦੀ ਦਹਾਈਆਂ ਦੇ ਵਿੱਚ ਇੱਕ ਔਰਤ ਡਾਕਟਰ ਮਾਲਤੀ ਇੱਥੇ ਡਾਕਟਰ ਸੀ। ਉਹਦੇ ਉੱਤੇ ਇਹ ਇਲਜ਼ਾਮ ਲੱਗਿਆ ਸੀ ਕਿ ਉਹ ਮਰੀਜ਼ਾਂ ਉੱਤੇ ਗੈਰ ਕਾਨੂੰਨੀ ਤਜਰਬੇ ਕਰਦੀ ਸੀ, ਜਿਹਦੇ ਵਿੱਚ ਕਈ ਮਰੀਜ਼ ਮਰ ਗਏ ਸਨ। ਇੱਕ ਰਾਤ ਚੰਦ ਮਰੀਜ਼ਾਂ ਨੇ ਮਾਲਤੀ ਉੱਤੇ ਹਮਲਾ ਕਰ ਦਿੱਤਾ। ਉਹ ਪਾਗਲਖਾਨੇ ਦੇ ਪਿਛਲੇ ਪਾਸੇ ਵਾਕਿਆ ਇੱਕ ਪੁਰਾਣੇ ਖੂਹ ਦੇ ਵਿੱਚ ਡਿੱਗ ਕੇ ਮਰ ਗਈ। ਉਹਦੇ ਬਾਅਦ ਲੋਕਾਂ ਨੇ ਉਸ ਖੂਹ ਦੇ ਕੋਲ ਅਜੀਬੋ-ਗਰੀਬ ਆਵਾਜ਼ਾਂ ਦੀ ਸ਼ਿਕਾਇਤ ਸ਼ੁਰੂ ਕਰ ਦਿੱਤੀ। ਰਜੇਸ਼ ਨੇ ਫੈਸਲਾ ਕੀਤਾ ਕਿ ਉਹ ਇਸ ਖੂਹ ਦੀ ਖੁਦ ਜਾ ਕੇ ਜਾਂਚ ਕਰੇਗਾ। ਉਹ ਰਾਤ ਵਕਤ ਆਪਣੀ ਟੀਮ ਨਾਲ ਉੱਥੇ ਪਹੁੰਚਿਆ। ਖੂਹਾਂ ਸੁੱਕਿਆ ਹੋਇਆ ਸੀ ਤੇ ਉਸ ਥਾਂ ਤੇ ਅਜੀਬ ਕਿਸਮ ਦੀ ਬਦਬੂ ਸੀ। ਰਜੇਸ਼ ਨੇ ਆਪਣੀ ਟਾਰਚ ਨੂੰ ਖੂਹ ਦੇ ਵਿੱਚ ਮਾਰਿਆ। ਉਹਨੂੰ ਇੱਕ ਅਜੀਬ ਗੱਲ ਨਜ਼ਰ ਆਈ। ਖੂਹ ਦੀਆਂ ਦੀਵਾਰਾਂ ਉੱਤੇ ਉਹੀ ਨਿਸ਼ਾਨ ਖੁੱਡੇ ਹੋਏ ਸਨ ਜਿਹੜੇ ਬਾਬੇ ਦੇ ਵਾਰਡ ਵਿੱਚ ਬਣਾਏ ਸਨ। ਉਹਨੂੰ ਇਹ ਗੱਲ ਹੋਰ ਹੈਰਾਨ ਕਰ ਗਈ। ਰਜੇਸ਼ ਨੇ ਨੇੜੇ ਆ ਕੇ ਖੂਹ ਦੇ ਵਿੱਚ ਉਤਰਨ ਦਾ ਫੈਸਲਾ ਕੀਤਾ। ਜਦੋਂ ਥੱਲੇ ਪਹੁੰਚਿਆ ਉਹਨੂੰ ਇੱਕ ਪੁਰਾਣਾ ਲੋਹੇ ਦਾ ਸੰਦੂਕ ਲੱਭਿਆ ਜਿਸ ਵਿੱਚ ਕੁਝ ਪੁਰਾਣੇ ਕਾਗਜ਼ ਤੇ ਇੱਕ ਤਸਵੀਰ ਸੀ। ਤਸਵੀਰ ਵਿੱਚ ਡਾਕਟਰ ਮਾਲਤੀ ਸੀ ਤੇ ਉਹਦੇ ਨਾਲ ਇੱਕ ਛੋਟੀ ਬੱਚੀ ਖਲੋਤੀ ਸੀ। ਰਜੇਸ਼ ਨੇ ਕਾਗਜ਼ ਪੜ੍ਹੇ ਤੇ ਉਹਨੂੰ ਪਤਾ ਲੱਗਾ ਕਿ ਮਾਲਤੀ ਦੀ ਇੱਕ ਧੀ ਸੀ ਜਿਹਨੂੰ ਉਹਨੇ ਪਾਗਲਖਾਨੇ ਵਿੱਚ ਹੀ ਛੁਪਾ ਕੇ ਰੱਖਿਆ ਹੋਇਆ ਸੀ। ਮਾਲਤੀ ਦੀ ਮੌਤ ਤੋਂ ਬਾਅਦ ਉਹ ਬੱਚੀ ਕਦੀ ਵੀ ਨਹੀਂ ਲੱਭੀ। ਰਜੇਸ਼ ਨੂੰ ਸ਼ੱਕ ਹੋਣ ਲੱਗਿਆ ਕਿ ਇਹ ਕਤਲ ਸ਼ਾਇਦ ਉਹ ਬੱਚੀ ਨਾਲ ਜੁੜੇ ਹੋਣ ਜਿਹੜੇ ਹੁਣ ਤੱਕ ਵੱਡੀ ਹੋ ਚੁੱਕੀ ਹੋਏਗੀ। ਉਹਨੇ ਅਮਲੇ ਨੂੰ ਪੁੱਛਣਾ ਸ਼ੁਰੂ ਕੀਤਾ ਤੇ ਪਤਾ ਲੱਗਿਆ ਕਿ ਇੱਕ ਔਰਤ ਰਾਧਾ ਜਿਹੜੀ ਚੰਦ ਸਾਲ ਪਹਿਲਾਂ ਇੱਥੇ ਨੌਕਰੀ ਤੇ ਲੱਗੀ ਸੀ, ਉਹ ਕਦੀ ਵੀ ਆਪਣੇ ਮਾਜ਼ੀ ਦੇ ਬਾਰੇ ਕੁਝ ਨਹੀਂ ਦੱਸਦੀ ਸੀ। ਰਾਧਾ ਦੀ ਉਮਰ ਲਗਭਗ 40 ਸਾਲ ਹੋਏਗੀ। ਉਹ ਅਕਸਰ ਰਾਤ ਨੂੰ ਖੇਲੀ ਵਾਰਡਾਂ ਵਿੱਚ ਘੁੰਮਦੀ ਵੇਖੀ ਜਾਂਦੀ ਸੀ। ਰਜੇਸ਼ ਨੇ ਰਾਧਾ ਨੂੰ ਲੱਭਣ ਦਾ ਫੈਸਲਾ ਕੀਤਾ ਪਰ ਉਹ ਗਾਇਬ ਸੀ। ਉਹਨੂੰ ਲੱਭਦਿਆਂ ਰਜੇਸ਼ ਪਾਗਲਖਾਨੇ ਦੇ ਅੰਦਰ ਇੱਕ ਬੰਦ ਵਾਰਡ ਤੱਕ ਪਹੁੰਚ ਗਿਆ ਜੋ ਕਈ ਸਾਲਾਂ ਤੋਂ ਬੰਦ ਪਿਆ ਸੀ। ਉੱਥੇ ਉਹਨੂੰ ਇੱਕ ਕਮਰਾ ਲੱਭਿਆ ਜਿੱਥੇ ਦੀਆਂ ਦੀਵਾਰਾਂ ਉੱਤੇ ਖੂਨ ਨਾਲ ਬਣੀਆਂ ਹੀ ਅਜੀਬੋ-ਗਰੀਬ ਅਲਾਮਤਾਂ। ਕਮਰੇ ਦੇ ਵਿਚਕਾਰ ਇੱਕ ਪੁਰਾਣਾ ਸ਼ੀਸ਼ਾ ਰੱਖਿਆ ਹੋਇਆ ਸੀ ਜਿੱਥੇ ਰਜੇਸ਼ ਨੂੰ ਆਪਣੀ ਛੱਬ ਦੇ ਨਾਲ ਇੱਕ ਹੋਰ ਸਾਇਆ ਵੀ ਨਜ਼ਰ ਆਇਆ। ਉਹਨੇ ਪਲਟ ਕੇ ਵੇਖਿਆ ਤੇ ਪਰ ਉੱਥੇ ਕਿਸੇ ਦਾ ਨਾਮੋ ਨਿਸ਼ਾਨ ਨਹੀਂ ਸੀ। ਅਚਾਨਕ ਕਮਰੇ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਹੋ ਗਿਆ। ਇੱਕ ਅਜੀਬ ਡਰਾਉਣ ਵਾਲੀ ਹੰਸੀ ਦੀ ਆਵਾਜ਼ ਗੂੰਜੀ ਜਿਵੇਂ ਕੋਈ ਉਹਦੇ ਨਾਲ ਖੇਡ ਰਿਹਾ ਹੋਵੇ। ਰਜੇਸ਼ ਨੇ ਫਟਾਫਟ ਆਪਣੀ ਬੰਦੂਕ ਕੱਢੀ ਤੇ ਆਵਾਜ਼ ਵਾਲੇ ਪਾਸੇ ਵਧਿਆ। ਉਹ ਇੱਕ ਹੋਰ ਤਰੀਕ ਰਾਹਦਾਰੀ ਵਿੱਚ ਪਹੁੰਚਿਆ ਜਿੱਥੇ ਉਹਨੂੰ ਰਾਧਾ ਨਜ਼ਰ ਆਈ। ਰਾਧਾ ਦੇ ਹੱਥ ਵਿੱਚ ਉਹੀ ਛੁਰੀ ਸੀ ਜਿਹੜੀ ਰਾਮੂ ਦੇ ਕੋਲ ਲੱਭੀ ਸੀ। ਉਹਦੇ ਚਿਹਰੇ ਤੇ ਇੱਕ ਡਰਾਉਣੀ ਮੁਸਕਰਾਹਟ ਸੀ। ਉਹਦੀਆਂ ਅੱਖਾਂ ਲਾਲ ਅੰਗਾਰੇ ਵਾਂਗਰ ਸਨ। ਰਜੇਸ਼ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰਾਧਾ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ। ਰਜੇਸ਼ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਬਚਾਇਆ ਤੇ ਰਾਧਾ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਰਾਧਾ ਡਾਕਟਰ ਮਾਲਤੀ ਦੀ ਧੀ ਸੀ। ਉਹਨੇ ਦੱਸਿਆ ਕਿ ਉਹਦੀ ਮਾਂ ਦੀ ਮੌਤ ਤੋਂ ਬਾਅਦ ਉਹਨੂੰ ਪਾਗਲਖਾਨੇ ਵਿੱਚ ਸੁੱਟ ਦਿੱਤਾ ਗਿਆ ਸੀ। ਕਈ ਸਾਲਾਂ ਤੋਂ ਜ਼ੁਲਮ ਸਿਤਮ ਬਰਦਾਸ਼ਤ ਕਰਦੀ ਰਹੀ। ਉਹਨੂੰ ਲੱਗਦਾ ਸੀ ਕਿ ਉਹਦੀ ਮਾਂ ਦੀ ਰੂਹ ਉਹਨੂੰ ਬਦਲਾ ਲੈਣ ਲਈ ਮਜਬੂਰ ਕਰਦੀ ਏ। ਉਹਨੇ ਉਸ ਔਰਤ ਦਾ ਕਤਲ ਤੇ ਰਾਮੂ ਨੂੰ ਕਸੂਰਵਾਰ ਬਣਾ ਦਿੱਤਾ। ਬਸ ਰਜੇਸ਼ ਨੇ ਉਹਨੂੰ ਖੂਹ ਦੇ ਬਾਰੇ ਪੁੱਛਿਆ ਤਾਂ ਉਹ ਖਾਮੋਸ਼ ਹੋ ਗਈ ਤੇ ਸਿਰਫ ਇਹ ਗੱਲ ਕਹੀ ਉਹ ਹੁਣ ਵੀ ਉੱਥੇ ਵੇ। ਰਜੇਸ਼ ਨੇ ਉਹਨੂੰ ਜੇਲ੍ਹ ਭਿਜਵਾ ਦਿੱਤਾ ਔਰ ਉਹਦੀ ਕਹਾਣੀ ਅੰਦਰੋਂ ਉਹਨੂੰ ਹਿਲਾ ਗਈ। ਉਹਨੇ ਉਹ ਖੂਹ ਬੰਦ ਕਰਵਾ ਦਿੱਤਾ ਪਰ ਇਸ ਦੇ ਬਾਵਜੂਦ ਪਾਗਲਖਾਨੇ ਵਿੱਚ ਅਜੀਬ ਗੱਲਾਂ ਹੋਣ ਲੱਗ ਪਈਆਂ। ਕੁਝ ਮਰੀਜ਼ਾਂ ਨੇ ਦੱਸਿਆ ਕਿ ਰਾਤ ਦੇ ਵੇਲੇ ਇੱਕ ਔਰਤ ਦਾ ਸਾਇਆ ਖੂਹ ਦੇ ਕੋਲ ਖਲੋਤਾ ਵੇਖਿਆ ਜਾਂਦਾ ਹੈ। ਮੁਕਾਮੀ ਲੋਕਾਂ ਦਾ ਯਕੀਨ ਹੈ ਕਿ ਡਾਕਟਰ ਮਾਲਤੀ ਦੀ ਰੂਹ ਹੁਣ ਵੀ ਉੱਥੇ ਵਸਦੀ ਹੈ ਤੇ ਉਹ ਹਰ ਉਸ ਬੰਦੇ ਤੋਂ ਬਦਲਾ ਲੈਂਦੀ ਹੈ ਜੋ ਉਹਦੇ ਰਾਜ਼ਾਂ ਨੂੰ ਛੇੜਨ ਦੀ ਕੋਸ਼ਿਸ਼ ਕਰਦਾ ਹੈ। ਰਜੇਸ਼ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਕਤਲ ਰਾਧਾ ਨੇ ਕੀਤਾ ਹੈ ਪਰ ਉਹਦੇ ਪਿੱਛੇ ਜਿਹੜਾ ਅਸਲ ਸਾਚੀ ਉਹ ਕਦੀ ਵੀ ਸਾਹਮਣੇ ਨਹੀਂ ਆ ਸਕਿਆ। ਅੱਜ ਵੀ ਆਗਰਾ ਦਾ ਇਹ ਪੁਰਾਣਾ ਪਾਗਲਖਾਨਾ ਆਪਣੇ ਅੰਦਰ ਕਈ ਰਾਜ਼ਾਂ ਨੂੰ ਛੁਪਾਏ ਮੋਸ਼ ਖੜਾ ਹੈ। ਰਾਤ ਦੇ ਵੇਲੇ ਉਹਦੀਆਂ ਦੀਵਾਰਾਂ ਵਿੱਚੋਂ ਹੌਲੀ ਚੀਹਾਂ ਦੀ ਆਵਾਜ਼ ਆਉਂਦੀ ਹੈ। ਖੂਹ ਦੇ ਕੋਲ ਇੱਕ ਅਜੀਬ ਜਿਹੀ ਠੰਡ ਮਹਿਸੂਸ ਹੁੰਦੀ ਹੈ ਜਿਹੜੀ ਸੁਣਨ ਵਾਲੇ ਦੇ ਦਿਲ ਵਿੱਚ ਕੰਬਣੀ ਛੇੜ ਦਿੰਦੀ ਹੈ।